कल प्रिंट मीडिया परसों शाम ਨੂੰ ਇਲੈਕਟ੍ਰੋਨਿਕ ਮੀਡੀਆ 'ਚ ਅਸਥਾਨਾ ਸਾਹਿਬ ਦੀ ਆਫੀਸ਼ੀਅਲ ਨੋਟਿੰਗ ਸਾਰੀ ਅਵੇਲੇਬਲ ਸੀਗੀ। ਕੱਲ ਅਖਬਾਰਾਂ 'ਚ ਵੀ ਆਈ, ਅੱਜ ਚੀਫ ਮਿਨਿਸਟਰ ਦਾ ਬਿਆਨ ਆਇਆ, ਇੱਕ ਦੋ ਪੇਪਰਾਂ 'ਚ ਆਇਆ, ਸ਼ਾਇਦ ਮੈਂ ਜਿਹੜਾ ਦੇਖਿਆ ਕਿ ਇਹ ਕਿਵੇਂ ਲੀਕ ਹੋਈ। ਅਸੀਂ CBI ਨੂੰ ਇਹਦਾ ਕੇਸ ਦੇਣਾ ਵਾ। ਅਸੀਂ ਚੀਫ ਮਿਨਿਸਟਰ ਦਾ ਇਸ ਸਟੈਪ ਨੂੰ ਵੈਲਕਮ ਕਰਦੇ ਹਾਂ ਕਿ ਉਹ ਇਸ ਗੱਲ ਦੀ ਇਨਕੁਆਇਰੀ ਕਰਾਉਣ ਕਿ ਕਿਵੇਂ ਲੀਕ ਹੋਈ, ਪਰ ਨਾਲ ਉਹਨਾਂ ਨੂੰ ਇਹ ਵੀ ਕਰਾਉਣੀ ਪਊ ਕਿ ਜਿਹੜੀਆਂ ਸੀਕਰੇਟ ਮੀਟਿੰਗਸ ਗਵਰਨਰ ਦੀ ਅਨੈਕਸੀ 'ਚ ਹੋਈਆਂ ਉਹ ਕਿਹਨੇ ਲੀਕ ਕੀਤੀਆਂ, ਜਿਹੜੀ ਦਿੱਲੀ ਟਰਮੀਨਲ 4 ਕਾਰਗੋ ਵਾਲੇ ਗੈਸਟ ਹਾਊਸ ਹੋਈ ਉਹ ਕਿਹਨੇ ਲੀਕ ਕੀਤੀ, ਅਤੇ ਜਿਹੜੀਆਂ ਡਿਪਟੀ CM ਅਤੇ CM ਦੇ ਘਰ ਵਿੱਚ ਮੀਟਿੰਗਾਂ ਹੋਈਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਤਲਕ ਨਾਲ ਉਹ ਕਿਹਨਾਂ ਨੇ ਲੀਕ ਕੀਤੀਆਂ। ਅਤੇ ਮੈਂ ਸਮਝਦਾ ਕਿ ਜੇ ਇਹਦੇ 'ਚ ਬੜੀ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੋਵੇ ਇਨਕੁਆਇਰੀ 'ਚ ਤਾਂ ਇਹਦਾ ਮੁੱਖ ਮੁਲਜ਼ਮ ਚੀਫ ਮਿਨਿਸਟਰ ਹੋਊਗਾ ਅਤੇ ਉਹਦੇ ਕੋ-ਅਕਿਊਜ਼ਡ ਹੋਣਗੇ ਡਿਪਟੀ CM, DGP ਅਤੇ ਇੱਕ ਇਹਨਾਂ ਦਾ ਸਰਵਿਸ ਸਿਲੈਕਸ਼ਨ ਬੋਰਡ ਦਾ ਚੇਅਰਮੈਨ ਹੈ ਸ਼ੁਕਲਾ, ਜਿਹੜਾ ਇਹਨਾਂ ਦਾ ਲੀਗਲ ਐਡਵਾਈਜ਼ਰ ਵੀ ਹੈ ਬਿਕਰਮ ਵਾਲੇ ਕੇਸ 'ਚ, ਅਤੇ ਨਾਲ ਕੁਲਬੀਰ ਸਿੰਘ ਜ਼ੀਰਾ। ਦੇਖੋ ਗੱਲ ਜਿਹੜੇ ਕੰਟੈਂਟਸ ਆਊਟ ਹੋਏ ਉਹ ਇੱਕ ਗੱਲ ਕਲੀਅਰ ਹੋ ਗਈ ਚੰਨੀ ਸਾਹਿਬ ਦੇ ਬਿਆਨ ਤੋਂ ਕਿ ਉਹ ਜੋ ਅਸਥਾਨਾ ਜੀ ਦੀ ਚਿੱਠੀ ਨਿਕਲੀ ਉਹਨਾਂ ਨੇ ਕੰਟੈਂਟਸ ਮੰਨ ਲਏ। ਹੁਣ ਅੱਜ ਗੱਲ ਕਿੱਥੇ ਹੈ, ਉਹਨਾਂ ਨੇ ਆਪਣੀ ਰਿਪੋਰਟ 'ਚ ਇਹ ਵੀ ਲਿਖਿਆ ਜਿਹੜੀ ਪਬਲਿਸ਼ ਹੋਈ ਛਾਇਆ ਹੋਈ ਕਿ SSPਆਂ ਨੂੰ ਵੀ ਕੰਟੈਕਟ ਕੀਤਾ ਗਿਆ ਐਂਡ ਉਹਦਾ ਨਤੀਜਾ ਕੀ ਹੋਇਆ ਕਿ SSP ਪਟਿਆਲਾ ਸ਼ਿਫਟ ਕਰ ਰਹੇ ਨੇ ਜਿਹਨੇ ਕੇਸ ਰਜਿਸਟਰ ਕਰਨੋਂ ਨਾ ਕਰਤੀ। ਮੈਂ ਬੜਾ ਹੈਰਾਨ ਹੈ ਕਿ ਚੀਫ ਮਿਨਿਸਟਰ ਦੇ ਡਿਪਟੀ CM ਉਹ ਆਪਣੇ ਆਪ ਆਰਡਰ ਇਸ਼ੂ ਕਰਕੇ SHO ਥਾਣੇਦਾਰ ਕਿਉਂ ਨਹੀਂ ਲੱਗ ਜਾਂਦੇ ਥਾਣੇ ਦੇ, ਬਜਾਏ ਉਹ CM ਹਾਊਸ ਬੈਠ ਕੇ ਰੋਜ਼ਨਾਮਚਾ ਬੁਲਾ ਕੇ ਅਤੇ ਉੱਥੇ ਪਰਚਾ ਡਿਕਟੇਟ ਕਰਾ ਕੇ ਰਜਿਸਟਰ ਕਰਾਉਣ। ਵਾਈ ਕਾਂਟ ਦੇ ਅਸਿਊਮ ਦੀ ਪਾਵਰਸ ਆਫ ਸਟੇਸ਼ਨ ਹਾਊਸ ਆਫਿਸਰ ਦੇ ਦੈਮਸੈਲਵ ਰਜਿਸਟਰ ਦੀ ਕੇਸ। ਇਟਸ ਅ ਸ਼ੇਮ ਔਨ ਦੀ ਸਟੇਟ ਜਿਹਦਾ ਚੀਫ ਮਿਨਿਸਟਰ ਬਣਦੇ ਸਾਰ ਕਹਿੰਦਾ ਸੀਗਾ ਕਿ ਮੇਰੇ ਸਟੇਟ ਵਿੱਚ ਕੋਈ ਵੈਂਡੇਟਾ ਨਹੀਂ ਹੋਊਗਾ, ਮੇਰੇ ਸਟੇਟ 'ਚ ਸਾਰਾ ਫਰੀ ਐਂਡ ਫੇਅਰ ਕੰਮ ਹੋਊਗਾ। ਅੱਜ ਤੱਕ ਪੁਲਿਸ ਰੂਲ 'ਚ ਇਹ ਨਹੀਂ ਦੇਖਿਆ ਕਿ ਕਿਸੇ ਵੀ ਇਨਵੈਸਟੀਗੇਸ਼ਨ ਨੂੰ ਪੋਲੀਟੀਕਲ ਬੌਸਸ ਮੋਨੀਟਰ ਕਰਨ। ਐਂਡ ਇਸ ਤੋਂ ਬਾਅਦ ਜਿਹੜੀ ਸ਼ਰਮ ਦੀ ਗੱਲ ਹੈ ਕਿ ਕੰਵਰ ਵਿਜੇ ਪ੍ਰਤਾਪ ਵਾਲੇ ਕੇਸ ਵਿੱਚ ਆਨਰੇਬਲ ਹਾਈ ਕੋਰਟ ਦਾ ਜਿਹੜਾ ਆਰਡਰ ਹੈ ਉਹ ਆਰਡਰ ਇਨ ਰੈਮ ਹੈ, ਮਤਲਬ ਜਰਨਲ ਹੈ ਆਰਡਰ, ਅਤੇ ਜਿਹਦੇ 'ਚ ਉਹਨਾਂ ਨੇ ਕੀ ਲਿਖਿਆ ਹੈ ਕਿ ਇਨਵੈਸਟੀਗੇਟਿੰਗ ਏਜੰਸੀ ਦੇ ਨਾਲ ਕੋਈ ਵੀ ਪੋਲੀਟੀਕਲ ਬੌਸ ਦਾ ਤਲਕ ਨਹੀਂ ਹੋਊਗਾ। ਈਵਨ ਉਹਨਾਂ ਨੇ ਕਿਹਾ ਕਿ ਡਿਪਾਰਟਮੈਂਟਲ ਬੌਸਿਸ ਦਾ ਵੀ ਉਹਦੇ ਨਾਲ ਕੋਈ ਤਲਕ ਨਹੀਂ ਹੋਊਗਾ, ਕਿਉਂਕਿ ਇਨਵੈਸਟੀਗੇਸ਼ਨ ਫਰੀ ਐਂਡ ਫੇਅਰ ਤਾਂ ਹੀ ਹੋ ਸਕਦੀ ਹੈ ਕਿ ਜਿਹੜਾ ਬੰਦਾ ਇਨਵੈਸਟੀਗੇਟ ਕਰ ਰਿਹਾ ਉਹਨੂੰ ਦੱਸਿਆ ਜਾਵੇ। ਹੁਣ ਮੇਰਾ ਸਵਾਲ ਹੈ, ਕਿਉਂਕਿ ਕਿਤੇ ਦਾ ਮੈਂ ਵਕੀਲ ਵੀ ਹਾਂ, ਕਿ ਇਹ ਚੰਨੀ ਸਾਹਿਬ ਅਤੇ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਇਹ ਦੱਸਣ ਕਿ ਕਿਹੜਾ ਕੇਸ ਇਨਵੈਸਟੀਗੇਟ ਹੋ ਰਿਹਾ। ਆਫਟਰ ਆਲ ਕੰਪਲੇਂਟ ਤਾਂ ਦੱਸਣ ਨਾ ਕਿ ਕਿਹੜੀ ਕੰਪਲੇਂਟ ਇਨਵੈਸਟੀਗੇਟ ਕਰਕੇ ਇਹ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹੈ। ਐਂਡ ਇਹਨਾਂ ਦੇ ਐਕਸਪੋਜ਼ ਕਿੰਨੀ ਬੁਰੀ ਤਰ੍ਹਾਂ ਹੋਏ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਦ ਉਹ ਬੇਦਬੀ ਵਾਲੇ ਕੇਸ ਵਿੱਚ ਅੜਾ ਰਹੇ ਸੀ, ਬੇਦਬੀ ਦੇ ਕਿਸ ਪਾਰਟ ਦੇ ਕੰਟਰੀਬਿਊਟ ਕਰ ਰਹੇ, ਉਹਨਾਂ ਨੂੰ ਐਟਰੀਬਿਊਟ ਕਰ ਰਹੇ ਸੀਗੇ ਕਿ ਜਿਹੜੇ ਭਗੌੜੇ ਨੇ 3 ਮੁਲਜ਼ਮ ਉਹ ਮੁਲਜ਼ਮਾਂ ਨੂੰ ਪ੍ਰੋਟੈਕਸ਼ਨ ਦੇ ਰਹੇ ਸਰਦਾਰ ਸੁਖਬੀਰ ਸਿੰਘ ਬਾਦਲ। ਮਤਲਬ ਮੈਂ ਸਮਝਦਾ ਇਹਨਾਂ ਦੀ ਅਕਲ ਦਾ ਵੀ ਜਨਾਜ਼ਾ ਨਿਕਲ ਗਿਆ। ਇਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਜਿਹੜੀ ਰਜਿੰਦਰ ਕੌਰ ਮੀਮਸਾ ਤੋਂ ਬਿਆਨਕਾਰ ਆ ਰਹੇ ਸੀਗੇ ਉਹ ਕਹਿ ਰਹੇ ਸੀ ਕਿ ਮੈਂ 2016 ਅਤੇ 2017 ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕੋਠੀ 'ਚੋਂ ਦੇਖੇ। ਐਂਡ ਉਹਨਾਂ ਨੂੰ ਭੁੱਲ ਗਿਆ ਕਿਉਂਕਿ ਜਦ ਝੂਠ ਬੋਲਣਾ ਹੋਵੇ ਤਾਂ ਅੱਖਾਂ ਦਾ ਮੱਤ ਵੀ ਮਾਰੀ ਜਾਂਦੀ ਹੈ ਅਤੇ ਅੱਖਾਂ ਵੀ ਬੰਦ ਹੋ ਜਾਂਦੀਆਂ, ਕਿ ਉਹ ਪਹਿਲੀ ਵਾਰ ਮੁਲਜ਼ਮ ਹੀ 2018 ਵਿੱਚ ਨਾਮਜ਼ਦ ਹੋਏ ਆ ਜਦ ਬਿੱਟੂ ਫੜਿਆ ਗਿਆ ਜੂਨ 18 'ਚ, ਅਤੇ ਉਹ ਭਗੌੜੇ 2020 ਦਸੰਬਰ 'ਚ ਹੋਏ ਆ, ਅਤੇ ਉਹ 2016 ਦੇ ਬਿਆਨ ਲੈ ਕੇ ਉਹਨਾਂ ਨੂੰ ਭਗੌੜਿਆਂ ਨੂੰ ਪ੍ਰੋਟੈਕਸ਼ਨ ਦੇਣ ਦੀ ਗੱਲ ਕਰ ਰਹੇ ਸੀ। 2016 'ਚ ਮੀਮਸਾ ਚੇਅਰਮੈਨ ਸੀ ਕਾਂਗਰਸ ਦੀ, ਅਤੇ ਮੀਮਸਾ ਉਸ ਵੇਲੇ ਕਾਂਗਰਸੀ ਚੇਅਰਮੈਨ ਸੀ। ਹੁਣ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਗੌਰਮੈਂਟ ਨੂੰ ਇਹ ਵੀ ਐਕਸਪਲੇਨ ਕਰਨਾ ਪਊਗਾ, ਜ਼ਿਆਦਾ ਮੀਟਿੰਗਾਂ ਕਰਦੇ ਨੇ ਉਹ ਮੀਟਿੰਗਾਂ ਵਿੱਚ ਕੁਲਬੀਰ ਸਿੰਘ ਜ਼ੀਰਾ ਕਿਸ ਹੈਸੀਅਤ 'ਚ ਹਾਜ਼ਰ ਹੁੰਦਾ, ਉਹਦੇ ਵਿੱਚ ਇਹਨਾਂ ਦਾ ਮਿਸਟਰ ਸ਼ੁਕਲਾ ਜਿਹੜਾ ਸਰਵਿਸ ਸਿਲੈਕਸ਼ਨ ਬੋਰਡ ਦਾ ਸ਼ੇਖਰ ਸ਼ੁਕਲਾ ਉਹ ਕਿਸ ਕਪੈਸਿਟੀ 'ਚ ਹਾਜ਼ਰ ਹੁੰਦਾ
ਐਂਡ ਦੂਸਰੀ ਗੱਲ ਹੈ ਜਿਹੜੀ, ਦੇਖੋ ਇਟਸ ਏ ਵੈਰੀ ਬਿਗ ਇਸ਼ੂ, ਉਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਕਿ ਇਹ ਕਿੰਨੀ ਇਨਐਫੀਸ਼ੀਐਂਟ ਗਵਰਨਮੈਂਟ ਹੈ, ਕਿੰਨੀ ਇਨਐਫੀਸ਼ੀਐਂਟ ਗਵਰਨਮੈਂਟ ਹੈ। ਇਹ 3 ਮਹੀਨਿਆਂ ਵਿੱਚ ਆਪਣਾ ਰੈਗੂਲਰ ਡੀਜੀਪੀ ਨਹੀਂ ਅਪਾਇੰਟ ਕਰ ਸਕੀ। ਉਹਦਾ ਰੀਜ਼ਨ ਕੀ ਹੈ? ਸਿੰਪਲ, ਕਿ ਇਹ ਤਲਵਾਰ ਲਟਕਾਉਣੀ ਚਾਹੁੰਦੇ ਆ ਹਮੇਸ਼ਾ ਅਫਸਰ ਦੇ ਸਿਰ ਤੇ, ਤਾਂ ਕਿ ਉਹ ਤੋਂ ਆਪਣੇ ਡਿਕਟੇਸ਼ਨ ਦੇ ਮੁਤਾਬਕ ਕੰਮ ਕਰਾ ਸਕਣ। ਹੁਣ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ, ਪੁਲਿਸ ਰੂਲਸ 'ਚ ਹੈ ਕਿ ਜਿਹੜਾ ਵੀ ਹੈੱਡ ਆਫ ਡਿਪਾਰਟਮੈਂਟ ਬਣ ਜਾਂਦਾ ਹੈ, unless there are serious allegations of mismanagement, corruption or inefficiency, ਉਹਨੂੰ ਨਾਰਮਲ ਕੋਰਸ ਵਿੱਚ 3 ਸਾਲ ਲੱਗਿਆ ਰਹਿਣ ਦੇਣਾ ਚਾਹੀਦਾ। ਇਹਨਾਂ ਨੇ BOI ਦੇ ਚੀਫ ਮਿਸਟਰ ਵਰਿੰਦਰ, ਮਿਸਟਰ ਅਰਪਿਤ ਸ਼ੁਕਲਾ, ਫਿਰ ਮਿਸਟਰ ਅਸਥਾਨਾ, ਉਹ ਛੁੱਟੀ ਚਲੇ ਗਏ। ਸੀ ਦੀ ਲੈਵਲ ਆਫ ਪ੍ਰੈਸ਼ਰ ਕਿ ਆਫੀਸਰ ਨੂੰ ਜਾਂ ਚੀਫ ਮਿਨਿਸਟਰ ਕਹਿੰਦਾ ਕਿ ਮੈਂ ਤੈਨੂੰ ਮਿਲਣਾ, ਤੇ ਆਫੀਸਰ ਹਸਪਤਾਲ ਦਾਖਲ ਹੁੰਦਾ। ਹੁਣ ਚੰਨੀ ਸਾਹਿਬ ਕਹਿੰਦੇ ਆ ਕਿ ਮੈਂ ਇਹ ਪਤਾ ਕਰੂੰ ਕਿਹੜੇ ਹਾਲਤਾਂ 'ਚ ਉਹ ਦਾਖਲ ਹੋਇਆ। ਚੰਨੀ ਸਾਹਿਬ, ਉਹ ਤਾਂ ਸੈਂਟਰ ਦੀ ਤਾਂ ਰੂਲ ਡਿਊਟੀ ਆ, ਉੱਥੇ ਤਾਂ ਦਾਖਲ ਹੀ ਨਹੀਂ, ਉਹ ਤਾਂ ਤੁਹਾਡੇ ਪੰਜਾਬ ਦੇ ਏਰੀਏ 'ਚ ਹੋਇਆ। ਤੇ ਉਹ ਤੁਸੀਂ ਫਿਰ ਪੁੱਛੋ ਕਿਉਂ ਹੋਇਆ ਦਾਖਲ। ਤੇ ਮੈਂ ਇੱਕ ਤੁਹਾਨੂੰ ਗੱਲ ਗਰੰਟੀ ਨਾਲ ਕਹਿਣਾ ਕਿ ਉਹ ਜਿਹੜਾ ਬੰਬੇ ਵਾਲਾ ਕਮਿਸ਼ਨਰ ਪਰਮਵੀਰ ਸੀ, ਜਦ ਪਰਮਵੀਰ ਨੂੰ ਤੰਗ ਕੀਤਾ ਤੇ ਉਹਨੇ ਉਹ ਮਿਨਿਸਟਰ ਹਟਾਤਾ ਸੀ ਸੂਬੇ ਵਾਲਾ, ਹੁਣ ਤੱਕ ਤਰੀਕਾ ਭੁਗਤਦਾ ਪਿਆ। ਜਦ ਅਸਥਾਨਾ ਬੋਲਿਆ ਜਾਂ ਦੂਜੇ ਬੋਲੇ ਨਾ, ਤੇ ਚੰਨੀ ਜੀ ਤੇ ਸੁਖਜਿੰਦਰ ਸਿੰਘ ਰੰਧਾਵੇ ਨੂੰ ਮੂੰਹ ਲਗਾਉਣਾ ਔਖਾ ਹੋ ਜੂ। ਦੇਖੋ, ਬੜਾ ਲਾਅ ਦਾ ਬੜਾ ਸਿਸਟਮ ਕਲੀਅਰ ਹੈ। ਕੋਈ ਕੰਪਲੇਂਟ ਹੋਵੇ ਜਾਂ NDPS 'ਚ ਕੋਈ ਰਿਕਵਰੀ ਹੋਵੇ, ਹੁਣ ਜੇ ਇਹਨਾਂ ਵਾਲਾ ਹੀ ਪ੍ਰਿੰਸੀਪਲ ਮੰਨ ਲਿਆ ਜਾਵੇ ਜੋ ਇਹ ਕੈਰੀ ਕਰਨਾ ਚਾਹੁੰਦੇ ਨੇ, ਕਿ ਜੇ ਭੋਲੇ ਨੇ ਬਿਆਨ ਤੁਰੇ ਜਾਂਦੇ ਨੇ ਕਹਿਤਾ ਸੀ, ਠੀਕ ਹੈ ਨਾ, ਉਹਨੂੰ ਇਨਵੈਸਟੀਗੇਟ ਕਰਨਾ ਚਾਹੁੰਦੇ ਆ ਨਾ, ਹੋਰ ਤਾਂ ਇਹਨਾਂ ਕੋਲ ਹੈ ਨਹੀਂ ਕੁਛ। ਉਹ ਤਾਂ ਕੇਸ ਦੀ ਟਰਾਇਲ ਵੀ ਹੋ ਚੁੱਕੀ, ਉਹ ਸਥਾਨਾ ਸਾਹਿਬ ਨੇ ਰਿਪੋਰਟ 'ਚ ਵੀ ਲਿਖਤਾ, ਕਨਵਿਕਸ਼ਨ ਵੀ ਹੋ ਗਈ, ਕੇਸ ਕਲੋਜ਼ ਆ। ਜਿਹੜਾ ਕੇਸ ਡਿਸਾਈਡ ਹੋ ਚੁੱਕਾ ਉਹਦੇ 'ਚ ਇਨਵੈਸਟੀਗੇਸ਼ਨ ਜਾਂ ਰੀ-ਇਨਵੈਸਟੀਗੇਸ਼ਨ ਕੋਈ ਹੋ ਨਹੀਂ ਸਕਦੀ, ਅਨਲੈਸ during the course of arguments in appeal court comes to this conclusion ਕਿ ਇਹ ਜਿਹੜੀਆਂ ਇਨਵੈਸਟੀਗੇਸ਼ਨ ਸੀ ਓਨੈਸਟ ਨਹੀਂ, ਇਹਦੇ 'ਚ ਫਰਦਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਉਦੋਂ ਬਿਨਾਂ ਉਹਦੇ 'ਚ ਇਨਵੈਸਟੀਗੇਸ਼ਨ ਨਹੀਂ ਹੋ ਸਕਦੀ। ਇਹ ਕਿਵੇਂ ਕਰ ਰਹੇ ਨੇ? ਫਿਰ ਉਦੋਂ ਜਿਹੜੀ ਵੱਡੀ ਗੱਲ ਹੈ, ਜੇ ਇਹੀ ਮੰਨਿਆ ਜਾਵੇ ਕਿ ਭੋਲੇ ਤੇ ਇੰਨਾ ਇਤਬਾਰ ਕਰਦੇ ਆ, ਤੇ ਮੈਂ ਪੰਜਾਬ ਦੇ DGP, ਪੰਜਾਬ ਦੇ ਚੀਫ ਮਿਨਿਸਟਰ ਤੇ ਪੰਜਾਬ ਦੇ ਵਿਜੀਲੈਂਸ ਡਿਪਾਰਟਮੈਂਟ ਨੂੰ ਪੁੱਛਦਾ ਹਾਂ ਕਿ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਡਿਪਟੀ ਚੀਫ ਮਿਨਿਸਟਰ ਬਣਦਿਆਂ ਹੋਮ ਮਿਨਿਸਟਰ ਦਾ ਚਾਰਜ ਲੈਂਦੇ ਆ ਬਿਆਨ ਦਿੱਤਾ ਕਿ ਪਿਛਲੀ ਗੌਰਮੈਂਟ ਵੇਲੇ ਬੈਗ ਟੈਚੀਕੇਸ ਆਉਂਦੇ ਸੀ ਤਾਂ ਬਦਲੀਆਂ ਹੁੰਦੀਆਂ ਸੀ। ਕੀ ਉਹ ਸਮਝਦਾ ਕਿ ਉਹਨਾਂ ਦਾ ਡਿਪਟੀ ਚੀਫ ਮਿਨਿਸਟਰ ਝੂਠ ਬੋਲਿਆ ਤਾਂ ਨਹੀਂ ਪਰਚਾ ਹੋ ਰਿਹਾ? ਇਟਸ a failure of the government, it's incompetence of the government. The government is shielding the corrupt people. ਕਿਉਂ ਨਹੀਂ ਸੁਖਜਿੰਦਰ ਸਿੰਘ ਰੰਧਾਵਾ ਐਜ਼ ਏ ਹੋਮ ਮਿਨਿਸਟਰ, ਜਦ ਉਹਦੇ ਨੌਲੇਜ ਹੈ ਕਿ ਇੱਕ ਕੋਗਨੀਜ਼ੇਬਲ offense ਕਮਿਟ ਹੋ ਗਿਆ, ਪੈਸੇ ਦਿੱਤੇ ਗਏ ਤੇ ਪੈਸੇ ਲੈ ਕੇ ਬਦਲੀਆਂ ਹੋਈਆਂ, ਸੁਖਜਿੰਦਰ ਸਿੰਘ ਰੰਧਾਵਾ ਕਿਉਂ ਨਹੀਂ ਪਰਚਾ ਕਰਾ ਰਹੇ? ਕਿ ਉਹ ਵਿੱਚ ਹਿੱਸੇਦਾਰ ਸੀ, ਅਬੈਟਰ ਨੇ, 120 ਦੇ ਕੌਨਸਪੀਰੇਸੀਜ਼ ਨੇ, ਉਹਨਾਂ ਨੂੰ ਵੀ ਦੱਸਣਾ ਪਊਗਾ। ਫਿਰ ਹੁਣ ਜਿਹੜੀ ਲੇਟੈਸਟ ਗੱਲ ਹੋਈ ਹੈ, ਹੁਣ ਇਹ ਵੀ ਕਹਿਣਗੇ ਚੰਨੀ ਜੀ ਕਿਵੇਂ ਲੀਕ ਹੋ ਗਈ? ਕੈਬਨਿਟ 'ਚ ਹੋਈ ਹੈ। ਇੱਕ ਕੈਬਨਿਟ ਮੰਤਰੀ ਦੂਸਰੇ ਨੂੰ ਕਹਿ ਰਿਹਾ ਤੂੰ ਪੈਸੇ ਲੈ ਕੇ ਬਦਲੀਆਂ ਕਰ ਰਿਹਾ। ਫਿਰ ਇਹ ਗੱਲ ਤੇ ਪਰਚਾ ਕਿਉਂ ਨਹੀਂ ਹੋ ਰਿਹਾ ਜੀ? ਕਿ ਇਹਨਾਂ ਸਾਰਿਆਂ ਨਾਲੋਂ ਕ੍ਰੈਡੀਬਿਲਿਟੀ ਭੋਲੇ ਦੀ ਜ਼ਿਆਦਾ ਹੈ? ਕੈਬਨਿਟ ਮੰਤਰੀ ਦੀ ਕੋਈ ਕ੍ਰੈਡੀਬਿਲਿਟੀ ਨਹੀਂ ਗੀ ਕਿ ਜਿਹੜਾ ਇੱਕ ਕੈਬਨਿਟ ਮੰਤਰੀ ਆਪਣੇ ਕੁਲੀਗ ਤੇ ਲਾ ਰਿਹਾ ਕਿ ਇਹ ਬਾਰਡਰ ਡਿਸਟ੍ਰਿਕਟਸ ਜਿੰਨੇ SSP ਲਾ ਰਿਹਾ, ਪੈਸੇ ਲੈ ਕੇ ਲਾ ਰਿਹਾ, ਤੇ ਉਹ ਪਬਲਿਕ ਡੋਮੇਨ 'ਚ ਆਇਆ। ਮੈਂ ਤਾਂ ਇੱਥੇ ਰਿਕੁਐਸਟ ਕਰੂੰਗਾ ਆਨਰੇਬਲ ਹਾਈ ਕੋਰਟ ਨੂੰ ਵੀ, ਉਹ ਸੂਓ ਮੋਟੋ ਨੋਟਿਸ ਲੈ ਕੇ ਇਹਦੇ ਵਿੱਚ CBI ਦੀ ਇਨਕੁਆਇਰੀ ਆਰਡਰ ਕਰਨ। ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਨੇ ਐਜ਼ ਡਿਪਟੀ ਚੀਫ ਮਿਨਿਸਟਰ, ਹੋਮ ਮਿਨਿਸਟਰ ਪਹਿਲਾ ਬਿਆਨ ਦਿੱਤਾ, ਤੇ ਦੂਸਰਾ ਜਿਹੜਾ ਆਹ ਇੱਕ ਕੈਬਨਿਟ ਮਿਨਿਸਟਰ ਨੇ ਡਿਪਟੀ ਚੀਫ ਮਿਨਿਸਟਰ ਤੇ ਇਲਜ਼ਾਮ ਲਾਏ। ਹੁਣ ਤੀਸਰੀ ਗੱਲ ਆ ਗਈ ਕਿ ਇਹ ਸਾਰਾ ਡਿਕਟੇਸ਼ਨ CM ਦੇ ਹਾਊਸ ਕਿਉਂ ਹੋ ਰਿਹਾ? ਗਵਰਨਰ ਹਾਊਸ ਦਾ ਰੌਲਾ ਪੈਣ ਤੋਂ ਬਾਅਦ ਡਿਪਟੀ CM ਦੇ ਘਰ ਮੀਟਿੰਗ ਕਿਉਂ ਹੋ ਰਹੀ? ਹਰ ਵਾਰੀ ਹੁਣ ਥਾਂ ਬਦਲਣ ਲੱਗ ਪਏ। ਥਾਂ ਬਦਲਣ ਤੋਂ ਬਾਅਦ ਹੁਣ ਉਹਨਾਂ ਦੀਆਂ ਥਾਵਾਂ ਦਾ ਵੀ ਪਤਾ ਲੱਗ ਗਿਆ ਕਿੱਥੇ ਕਿੱਥੇ ਹੁੰਦੀਆਂ ਮੀਟਿੰਗਾਂ। ਹੁਣ ਉਹ ਵੀ ਲੀਕੇਜ ਤਾਂ ਦੇਖੋ, ਉੱਥੇ
ਸਾਡਾ ਨੁਮਾਇੰਦਾ ਤਾਂ ਨਹੀਂ ਕਿਸੇ ਨੂੰ ਬੁਲਾਉਂਦੇ ਕਿ ਅਸੀਂ ਆ ਕੇ ਰੌਲਾ ਪਾਉਂਦੇ ਆ। ਨਹੀਂ, ਸਾਡਾ ਬੰਦਾ ਕੋਈ ਨਹੀਂ ਗਿਆ। ਮੈਂ ਹੁਣ ਇੱਕ ਗੱਲ ਜਿਹੜੀ ਕਹਿਣੀ ਚਾਹੁੰਦਾ, ਮੇਰਾ ਅੱਜ ਤੁਹਾਡੇ ਨੂੰ ਰੂਬਰੂ ਹੋਣ ਦਾ ਇੱਕੋ ਹੀ ਮਾਇਨਾ ਹੈਗਾ ਕਿ ਅੱਜ ਸਿਚੁਏਸ਼ਨ ਕਿੱਥੇ ਆਈ ਖੜੀ ਹੈ। ਸਟੇਟ ਇਜ਼ ਵਿਦਾਊਟ ਹੈਡ ਆਫ ਦੀ ਪੁਲਿਸ ਡਿਪਾਰਟਮੈਂਟ। ਇਟਸ ਏ ਕੇਅਰ ਟੇਕਰ ਅਰੇਂਜਮੈਂਟ। ਕੇਅਰ ਟੇਕਿੰਗ ਕੀ ਹੁੰਦਾ ਕਿ ਜਿਵੇਂ ਅਸਥਾਨਾ ਸਾਹਿਬ ਛੁੱਟੀ 'ਤੇ ਗਏ ਨੇ, ਚਲੋ ਉਨੀ ਦੇਰ ਤਾਂ ਐਡੀਸ਼ਨਲ ਹੋ ਸਕਦਾ ਕਿ ਹੀ ਇਜ਼ ਔਨ ਅ ਸ਼ਾਰਟ ਲੀਵ, ਅਤੇ ਇਹ ਫਲਾਣੇ ADGP ਨੂੰ ਨਾਲ ਚਾਰਜ ਦਿੱਤਾ ਜਾਂਦਾ। ਸਭ ਤੋਂ ਹੈਰਾਨੀਜਨਕ ਗੱਲ ਜਿਹੜੀ ਇਹ ਹੈ, ਜਿਹੜੇ ਸਾਡੇ ਸੋਰਸਿਸ ਤੋਂ ਪਤਾ ਲੱਗੀ ਹੈ ਕਿ ਪ੍ਰਮੋਸ਼ਨ ਤਾਂ ਅਸ਼ੋਰ ਕਰ ਹੀ ਰਹੇ ਨੇ, ਈਵਨ ਵੀ ਹੈਵ ਬਿਨ ਟੋਲਡ ਕਿ ਇਹ ਹੁਣ ਉਹਨਾਂ ਨੂੰ ਕਹਿੰਦੇ ਆ ਕਿ ਕੈਸ਼ ਰਿਵਾਰਡ ਵੀ ਦਿੱਤਾ ਜਾਊਗਾ ਜਿਹੜਾ ਮਜੀਠੀਆ ਸਾਹਿਬ 'ਤੇ ਪਰਚਾ ਕਰੂਗਾ। ਇਹ ਵੀ ਹੁਣ ਗੱਲਾਂ ਸਾਡੇ ਕੰਨਾਂ 'ਚ ਪਈਆਂ ਨੇ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਤੁਸੀਂ ਇਹ ਸਟੇਟ ਨੂੰ ਕਹੋਗੇ ਕਿ ਇਟ ਇਜ਼ ਬੀਇੰਗ ਰਨ ਅਕੋਰਡਿੰਗ ਟੂ ਦੀ ਕੌਨਸਟੀਟਿਊਸ਼ਨ ਬਾਈ ਅਕੋਰਡਿੰਗ ਟੂ ਦੀ ਲਾਅ ਆਫ ਲੈਂਡ? ਨੋ, ਆਨਸਰ ਇਜ਼ ਨੋ। ਸੋ ਮੈਂ ਇੱਕ ਗੱਲ ਦੀ ਗੌਰਮੈਂਟ ਨੂੰ ਚੇਤਾਵਨੀ ਵੀ ਦੇਣਾ ਚਾਹੁੰਦਾ ਅਤੇ ਉਹਨਾਂ ਨੂੰ ਇਸ ਗੱਲ ਤੋਂ ਵਾਰਨ ਵੀ ਕਰਨਾ ਚਾਹੁੰਦਾ ਅਤੇ ਇਹ ਉਹਨਾਂ ਦੇ ਧਿਆਨ 'ਚ ਵੀ ਲਿਆਉਣਾ ਚਾਹੁੰਦਾ ਕਿ ਕਿਸੇ ਵੀ ਬੰਦੇ ਨੂੰ ਜਦ ਤੁਸੀਂ ਫਾਲਸ ਇੰਪਲੀਕੇਟ ਕਰੋਗੇ, ਮਲੀਸ਼ੀਅਸ ਪ੍ਰੋਸੀਕਿਊਸ਼ਨ ਆਪਣੇ ਆਪ ਵਿੱਚ ਇੱਕ ਬੜਾ ਵੱਡਾ ਓਫੈਂਸ ਹੈ, ਜਿਹਨੂੰ ਸ਼੍ਰੋਮਣੀ ਅਕਾਲੀ ਦਲ ਵਿਲ ਨੈਵਰ ਟੇਕ ਲਾਇੰਗ ਡਾਊਨ। ਹੁਣ ਮੈਂ ਤਾਂ ਇੱਥੇ ਤੱਕ ਗੱਲ ਕਹਿਣਾ ਕਿ ਬੇਦਬੀ ਵਾਲੇ ਕੇਸ ਵਿੱਚ ਇਹਨਾਂ ਨੇ ਸਾਨੂੰ ਉਡਾਉਣ ਦੀ ਕੋਸ਼ਿਸ਼ ਕੀਤੀ। ਰਿਜ਼ਲਟ ਕੀ ਹੈ ਇਹਨਾਂ ਕੋਲ ਹੁਣ ਤੱਕ ਹੈ ਕੋਈ? ਸੋ ਅੱਜ ਜਿਹੜਾ ਆਇਆ, ਸਾਰੇ ਆਪਣੇ 5 ਸਾਲ ਦੇ ਫੇਲਰਸ ਨੂੰ ਇਹ ਇੱਕ ਗੱਲ ਕਰਕੇ ਆਪਣੇ ਆਪ ਨੂੰ ਕਵਰ ਕਰਨਾ ਚਾਹੁੰਦੇ ਆ। ਐਂਡ ਲਾਸਟ ਵਿੱਚ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਸ ਤਰ੍ਹਾਂ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਸਿੱਧੂ ਸਾਹਿਬ ਨੇ ਥ੍ਰੈਟ ਦਿੱਤਾ ਸੀ ਨਾ ਕਿ ਮੈਂ ਫਾਸਟ ਅਨ ਟੂ ਡੈਥ ਜਾਊਂਗਾ, ਕਦੇ ਸਟੇਟ ਸਾਈਨ ਆਨ ਕੀਤੀ ਜਾਂਦੀ। ਉਹ ਇਹ ਤਾਂ ਕਹਿ ਸਕਦੇ ਆ ਕਿ ਬਈ ਡਰੱਗਸ ਦੇ ਮਾਮਲੇ 'ਚ ਤੁਸੀਂ ਗੌਰਮੈਂਟ ਫੇਲ ਹੋ ਗਈ ਅਤੇ 5 ਕੁਇੰਟਲ ਵਾਲਾ ਮੁਲਜ਼ਮ ਜੇਲ੍ਹ 'ਚ ਮਰ ਗਿਆ, ਬੇਦਬੀ ਵਾਲਾ ਮੁਲਜ਼ਮ ਜੇਲ੍ਹ 'ਚ ਮਰ ਗਿਆ, ਜੇ ਉਹਨਾਂ ਦੇ ਦੋਸ਼ੀ ਨਾ ਫੜੇ ਮਰਨ ਵਾਲਿਆਂ ਦੇ, ਅਤੇ ਉਹ ਮਾਰੇ ਕਿਉਂ ਗਏ, ਮੈਂ ਫਾਹਾ ਲੈ ਲੂੰਗਾ। ਤੁਸੀਂ ਇੱਕ ਬੰਦੇ ਨੂੰ, ਮੈਂ ਹੁਣ ਕਿਸੇ ਨੂੰ ਕਹਿ ਦਾਂ ਜਾਂ ਤੁਸੀਂ ਕਹਿ ਦਿਓ ਕਿ ਫਲਾਣੇ ਪਾਰਟੀਕੂਲਰ ਨੂੰ ਫੜ ਲਓ, ਜਿੰਨਾ ਚਿਰ ਸਿਸਟਮ ਨਹੀਂ ਫੋਲੋ ਕੀਤਾ ਜਾਊਗਾ। ਪਹਿਲਾਂ ਕੇਸ ਰਜਿਸਟਰ ਕਰਨ ਤੋਂ ਪਹਿਲਾਂ ਇਨਕੁਆਇਰੀ ਹੁੰਦੀ ਹੈ, ਇਨਕੁਆਇਰੀ 'ਚ ਪਰਾਮਾਸ਼ਾਈ ਲੱਭ ਜੇ ਕੇਸ ਰਜਿਸਟਰ ਹੁੰਦਾ ਹੈ, ਕੇਸ ਰਜਿਸਟਰ ਹੋਣ ਤੋਂ ਬਾਅਦ ਇਨਵੈਸਟੀਗੇਸ਼ਨ ਹੁੰਦੀ ਹੈ, ਇਨਵੈਸਟੀਗੇਸ਼ਨ 'ਚ ਸੈਟਿਸਫੈਕਟਰੀ ਅਨਰਿਫਿਊਟੇਬਲ ਐਵੀਡੈਂਸ ਆ ਜੇ ਫਿਰ ਚਲਾਨ ਪੇਸ਼ ਹੁੰਦਾ। ਇਹ ਸਿੱਧਾ ਕਹਿ ਰਿਹਾ ਕਿ ਕਰ ਲਓ। ਅਤੇ ਹੁਣ ਮੈਂ ਤੁਹਾਨੂੰ ਦੱਸਿਆ ਕਿ ਜਦ ਦਾ ਅਸਥਾਨਾ ਸਾਹਿਬ ਮੈਡੀਕਲ ਲੀਵ 'ਤੇ ਹੈ, ਕਿੰਨੇ ਬੰਦੇ ਮੈਡੀਕਲ ਲੀਵ 'ਤੇ ਜਾਂਦੇ ਆ? 3 ਦਿਨ ਚੰਨੀ ਸਾਹਿਬ ਜਾ ਕੇ ਰਾਹੁਲ ਗਾਂਧੀ ਕੋਲ ਲਾਉਂਦੇ, ਕਦੇ ਆਫੀਸ਼ੀਏਟਿੰਗ ਉੱਥੇ ਚੀਫ ਮਿਨਿਸਟਰ ਲਾਇਆ ਕਿ ਉਹ 3 ਦਿਨ ਲਈ ਦਿੱਲੀ ਗਏ ਨੇ। ਹੁਣ ਇਹਨਾਂ ਦੀ ਐਕਸਰਸਾਈਜ਼ ਚੱਲ ਰਹੀ ਆ ਉਸ ਦਿਨ ਦੀ ਕਿ ਅਸਥਾਨਾ ਸਾਹਿਬ ਦੀ ਥਾਂ ਕਿਸੇ ਬੰਦੇ ਨੂੰ ਅਨਡਿਊ ਪ੍ਰਮੋਸ਼ਨ ਦੇ ਕੇ ਜਿਹੜੀ ਲੀਗਲੀ ਨਹੀਂ ਹੋ ਸਕਦੀ ਉਹਨੂੰ ਬਣਾਇਆ ਜਾਵੇ, ਉਹਨੂੰ ਹੋਰ ਕੰਸੀਡਰੇਸ਼ਨਸ ਵੀ ਆਫਰ ਕਰ ਰਹੇ ਨੇ, ਅਤੇ ਫਿਰ ਉਹਨੂੰ ਜਵਾਬ 'ਚ ਮੰਗ ਕੀ ਰਹੇ ਨੇ ਕਿ ਤੁਹਾਨੂੰ ਫੜਨਾ ਮਜੀਠੀਆ ਸਾਹਿਬ ਨੂੰ ਹੋਊਗਾ। ਐ ਨਹੀਂ ਸਰਦਾਰੋ ਹੋਣਾ, ਤੁਸੀਂ ਬੜੇ ਭੁਲੇਖੇ ਦੁਨੀਆ 'ਚ ਫਿਰਦੇ ਹੋ, ਕਿਉਂਕਿ ਇਹ ਦੁਨੀਆ ਜਿਹੜੀ ਹੈ ਨਾ ਬਹੁਤ ਬਰੀਕੀ ਨਾਲ ਦੇਖਦੀ ਹੈ। ਅਤੇ ਮੈਂ ਆਖਰ ਵਿੱਚ ਇਹੀ ਕਹਿਣਾ ਚਾਹੁੰਦਾ, ਇਹਨਾਂ ਨੂੰ ਵੀ ਮੈਂ ਸਲਾਹ ਦਿੰਦਾ ਕਿ ਤੁਸੀਂ ਯੂ ਆਰ ਇਨ ਦੀ ਈਵਨਿੰਗ ਆਫ ਲਾਈਫ, ਅਸੀਂ ਤੁਹਾਡੀ ਇਹੀ ਸ਼ਾਂਤੀ ਲਈ ਅਪੀਲ ਕਰਦੇ ਹਾਂ ਕਿ ਤੁਸੀਂ ਆਪਣਾ ਸ਼ਾਂਤੀ ਕਹਿ ਕੇ ਮੈਂ ਕਹਿਣਾ ਚਾਹੁੰਦਾ। ਹੋਰ ਕਿਸੇ ਨੇ ਕੋਈ ਸਵਾਲ ਪੁੱਛਣਾ ਇਸ ਹਾਈ ਕੋਰਟ ਦੀ ਮੋਨੀਟਰਿੰਗ ਵੀ ਚੱਲ ਰਹੀ ਸੀਗੀ ਤੇ ਉਹ ਤੁਹਾਡੇ ਮੁਤਾਬਕ ਵੀ ਕਲੋਜ਼ ਹੋ ਚੁੱਕੇ ਨੇ? ਡਿਸਾਈਡ ਹੋ ਚੁੱਕਿਆ, ਕਲੋਜ਼ ਨਹੀਂ। ਕਲੋਜ਼ ਤਾਂ ਇਹ ਹੁੰਦਾ ਭਾਈ ਸਾਹਿਬ ਕਿ ਜੇ ਸਪੋਜ਼ ਪੁਲਿਸ ਇਨਵੈਸਟੀਗੇਟ ਕਰਦੀ ਇਸ ਨਤੀਜੇ 'ਤੇ ਪਹੁੰਚ ਜੇ ਕਿ ਇਹ ਫਾਲਸ ਆ, ਕਲੋਜ਼ ਕਰਤੇ। ਜਦ ਪੁਲਿਸ ਨੇ ਉਹਨਾਂ ਕੇਸਾਂ ਚਲਾਨ ਪੇਸ਼ ਕਰਤੇ, ਉਹਨਾਂ ਦੇ ਡਿਸੀਜਨ ਹੋ ਗਏ ਆਫਟਰ ਐਵੀਡੈਂਸ,
ਫਿਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਤੁਹਾਡੇ ਸਾਹਮਣੇ ਕਲੀਅਰ ਕਰਨੀ ਚਾਹੁੰਦਾ ਕਿ ਇਹ ਇੰਨਾ ਪਤਾ ਨਹੀਂ ਇਹਨਾਂ ਨੂੰ ਅਕਲ ਦੇਣ ਵਾਲਾ ਕੌਣ ਹੈ। ਮੈਂ ਵਕੀਲ ਹਾਂ ਕਿ ਜਿਹੜੇ ਮੁਲਜ਼ਮ ਨੇ ਆਊਟਸਾਈਡ ਕੋਰਟ ਨਾ ਲਿਆ ਸੀ, ਜੇ ਉਹਦੇ 'ਚ ਕੋਈ ਵੀ ਸਬਸਟੈਂਸ ਸੀ ਤਾਂ ਫਸਟ ਲੀਗਲ ਸਟੈਪ ਕੀ ਸੀਗਾ ਕਿ ਕੋਰਟ 'ਚ ਐਪਲੀਕੇਸ਼ਨ ਮੂਵ ਕਰਦਾ ਕਿ ਇਹਦੀ ਇਨਵੈਸਟੀਗੇਸ਼ਨ ਫਰਦਰ ਕਰਾਓ। ਇੱਧਰ ਨੂੰ ਜਾਣੀ ਚਾਹੀਦੀ, ਉਹ ਤਾਂ ਬੋਲਦਾ ਹੀ ਨਹੀਂ ਗਾ, ਉਹ ਤਾਂ ਬੋਲਦਾ ਹੀ ਨਹੀਂ। ਦੇਖੋ ਮੈਂ ਇੱਕ ਗੱਲ ਕੀ ਹੋਈ, ਸਿੱਧੂ ਸਾਹਿਬ ਨੇ STF ਦੇ ਚੀਫ ਦੀ ਰਿਪੋਰਟ ਪਬਲਿਕ ਕਰਤੀ ਜਦ ਉਹਨੇ ਕੋਰਟ 'ਚ ਦਿੱਤੀ। ਪਹਿਲਾਂ ਤਾਂ ਸਿੱਧੂ ਸਾਹਿਬ ਤੇ ਪਰਚਾ ਰਜਿਸਟਰ ਕਰੋ ਕਿ ਤੁਸੀਂ ਪ੍ਰੈਸ ਕਾਨਫਰੰਸ ਕਰਕੇ 2018 ਜੀ ਘਰ ਕੀਤੀ ਸੀ ਗਰਾਊਂਡ 'ਚ। ਇਹ ਹੈਗਾ 16 ਮਾਰਚ 2018 ਨੂੰ ਉਹਨਾਂ ਨੇ ਇੱਕ ਕੰਟੈਂਟ ਦੱਸਿਆ। ਹੁਣ ਉਸ ਤੋਂ ਬਾਅਦ ਉਹਨਾਂ ਨੇ ਰਿਪੋਰਟ ਕਿਵੇਂ ਲੀਕ ਕਰਤੀ ਜਿਹੜੀ ਹਾਈ ਕੋਰਟ ਸੀਲਡ ਕਵਰ 'ਚ ਪਈ ਹੈ। ਫਿਰ ਉਸ ਤੋਂ ਬਾਅਦ ਦੂਸਰੀ ਗੱਲ, ਹਾਈ ਕੋਰਟ ਨੇ ਉਹ ਰਿਪੋਰਟ ਆਉਣ ਤੋਂ ਬਾਅਦ ਗਵਰਨਮੈਂਟ ਨੂੰ ਕਿਹਾ ਕਿ ਤੁਸੀਂ ਇਹ ਰਿਪੋਰਟ ਤੇ ਦੱਸੋ ਹਾਊ ਯੂ ਵਾਂਟ ਟੂ ਪ੍ਰੋਸੀਡ, ਤੁਹਾਡਾ ਅੱਗੇ ਐਕਸ਼ਨ ਕੀ ਹੈ। ਹਾਈ ਕੋਰਟ ਦੀ ਡਾਇਰੈਕਸ਼ਨ ਤੇ ਗਵਰਨਮੈਂਟ ਨੇ 2 ਮੈਂਬਰਾਂ ਦੀ ਟੀਮ ਕਨਸਟੀਟਿਊਟ ਕਰਤੀ ਜਿਹਦਾ 'ਚ DGP ਤੇ ਹੋਮ ਸੈਕਟਰੀ ਮੈਂਬਰ ਬਣਾਤੇ। ਉਹਨਾਂ ਨੇ ਆਪਣੀ ਰਿਪੋਰਟ ਦੇਤੀ। ਹੁਣ ਗੱਲ ਤਾਂ ਪਬਲਿਕ ਤਾਂ ਉਹ ਰਿਪੋਰਟਾਂ ਕਰਨ ਕਿ ਜਿਹੜੀ DGP ਤੇ ਹੋਮ ਸੈਕਟਰੀ ਨੇ ਦਿੱਤੀ ਆ ਉਹਨਾਂ ਨੇ ਕੀ ਲਿਖਿਆ। STF ਵਾਲਾ ਸੀ ਉਸ ਵੇਲੇ IG, ਬਾਅਦ 'ਚ ਬਣਿਆ ADGP, ਤੇ ਉਹਦੀ ਐਗਜ਼ਾਮੀਨੇਸ਼ਨ ਲਈ, ਉਹਦੇ ਤੇ ਕਮੈਂਟਸ ਦੇਣ ਲਈ, ਉਹਦੇ ਤੇ ਡਿਸੀਜਨ ਲੈਣ ਲਈ ਟੀਮ ਬਣਾਈ ਗਈ। ਹੋਮ ਸੈਕਟਰੀ ਦੀ ਹੂ ਹੈਡਸ ਦੀ ਡਿਪਾਰਟਮੈਂਟ ਆਫ ਹੋਮ ਪੁਲਿਸ ਤੇ DGP ਦੀ ਫਾਈਨਲ ਤੇ ਸੁਪੀਰੀਅਰ ਆਫੀਸਰ ਦੀ ਰਿਪੋਰਟ ਆ ਗਈ, ਉਹ ਪਬਲਿਕ ਕਰਨ। ਜੇ ਉਹਦੇ 'ਚ ਕੋਈ ਅੜਦਾ ਕਰਨ ਐਕਸ਼ਨ, ਬਟ ਦੇ ਟਰਾਂਸਪੇਰੈਂਟ ਹੋਣ, ਦੇ ਸ਼ੁੱਡ ਮੇਕ ਇਟ ਪਬਲਿਕ ਕਿ ਵਾਟ ਫੋਰਸ them। ਇੱਕ ਗਰੇਵਾਲ ਸਾਹਿਬ ਈਸ਼ਵਰ ਸਿੰਘ ਤੇ ਨਗੇਸ਼ਵਰ ਰਾਓ ਤੇ ਵੀ ਨੀਰਜਾ ਦੇ ਆਧਾਰਿਤ ਇੱਕ ਹਾਈ ਕੋਰਟ ਨੇ ਇਨਵੈਸਟੀਗੇਸ਼ਨ ਟੀਮ ਬਣਾਈ ਸੀਗੀ ਇਨਵੈਸਟੀਗੇਟ ਕਰਨ ਦੀ ਇਹ ਸਾਰੇ ਮਸਲੇ ਨੇ ਜਿਹੜੇ ਡਰੱਗਸ ਦੇ ਹੈਗੇ ਨੇ, ਕਿ ਉਹ ਵੀ ਬੰਦ ਹੋ ਚੁੱਕੇ ਨੇ ਜਾਂ ਉਹ ਅਲੱਗ ਸੀਗਾ ਜੀ? ਉਹਦਾ ਇਹਦੇ ਨਾਲ ਤਾਲੁਕ ਕੋਈ ਨਹੀਂ, ਉਹ ਡਿਫਰੈਂਟ ਸੀ। ਉਹ ਦੈਟ ਵਾਜ਼ ਇਨ ਜਰਨਲ। ਉਹ ਕਿਹੜੇ ਸੀਗੇ ਵੀ ਜਰਨਲ? ਜਰਨਲ ਹਾਂ ਹਾਂ, ਕਿਉਂਕਿ ਆਪਣੇ ਹਾਈ ਕੋਰਟ ਦੀ ਇੱਕ ਅਥਾਰਟੀ ਆ ਚੁੱਕੀ ਹੈ ਪਿਛਲੇ ਸਾਲ ਕਿ ਇਟ ਇਜ਼ ਵੈਰੀ ਸੈਡ ਸਟੇਟ ਆਫ ਅਫੇਅਰ ਕਿ ਪੰਜਾਬ 'ਚ NDPS ਐਕਟ ਨੂੰ ਪੋਲੀਟੀਕਲ ਸਕੋਰ ਸੈਟਲ ਕਰਨ ਲਈ ਯੂਜ਼ ਕੀਤਾ ਜਾ ਰਿਹਾ, ਤਾਂ ਹੀ ਇਹਦੇ ਵਿੱਚ 80% ਅਕੁਇਟਲ ਹੋ ਰਹੇ ਨੇ। ਇਹ ਆਪਣੇ ਹਾਈ ਕੋਰਟ ਦਾ ਫੈਸਲਾ ਹੈ। ਸਾਡਾ ਤਾਂ ਉਹਨਾਂ ਨੂੰ ਅਸੀਂ ਖੁੱਲੀ ਛੁੱਟੀ ਦਿੱਤੀ ਹੈ, ਉਹ ਕਰਨ, ਫਿਰ ਅਸੀਂ ਜਵਾਬ ਦੇਵਾਂਗੇ। ਅਸੀਂ ਐਕਟ ਕਰਾਂਗੇ, ਰਿਐਕਟ ਨਹੀਂ ਕਰਨਾ। ਇਹ ਜੇ ਪਹਿਲਾਂ ਕੁਝ ਕਰਾਂਗੇ ਤੇ ਰਿਐਕਟ ਕਰਨਾ। ਅਕਾਲੀ ਦਲ ਆਲਵੇਜ਼ ਐਕਟ, ਨੈਵਰ ਰਿਐਕਟਸ। ਜਿਹੜੇ ਗੌਤਮ ਚੀਮਾ ਨੂੰ ਰੱਖੀ ਦੇ ਕੇ ਉਹਦੇ ਤੇ ਪਾਉਣ ਦੀ ਗੱਲ ਚੱਲ ਰਹੀ ਹੈ, ਉਹਦੇ ਬੜੇ ਵੱਡੇ ਇਲਜ਼ਾਮ ਲੱਗੇ ਸਨ 3-4 ਸਾਲ ਪਹਿਲਾਂ, ਸ਼ਾਇਦ ਤੁਹਾਡੀ ਸਰਕਾਰ ਵੇਲੇ ਵੀ ਲੱਗੇ ਸੀ। ਉਹਨੇ ਗੱਡੀਆਂ ਵੀ ਕੈਪਚਰ ਕੀਤੀਆਂ, ਬੰਦੇ ਕਿਡਨੈਪ ਕੀਤੇ, ਪ੍ਰੋਪਰਟੀ ਦੇ ਝਗੜਿਆਂ ਦੇ ਵਿੱਚ ਕਾਫੀ ਇਨਵੋਲਵਮੈਂਟ ਸੀ। ਉਹਦੀ ਵੀ ਤੁਸੀਂ ਕਰਦੇ ਹੋ, ਬਹੁਤ ਸਾਰਾ ਕੋਈ ਫਾਇਦਾ ਪਹੁੰਚਾਉਣਾ। ਦੇਖੋ ਜੇ ਉਹ ਗੱਲ ਵੀ ਮੈਚਿਓਰ ਹੁੰਦੀ ਹੈ ਫਿਰ ਕਾਣਾ ਬੰਦਾ ਤਾਂ ਡਰਦਾ ਕੁਝ ਵੀ ਕਰ ਸਕਦਾ ਨਾ ਜੀ, ਪਰ ਇਹ ਔਖਾ ਹੁੰਦਾ। ਮੈਂ ਤੁਹਾਨੂੰ ਇੱਕ ਦੱਸਾਂ, ਅਨਲੈਸ ਕੋਈ ਅਪਰ ਸਟੋਰੀ ਹੋਈ ਨਾ ਖਰਾਬ ਹੋਵੇ, ਕੋਈ ਵੀ ਬੰਦਾ ਵਿਦ ਸੈਂਸਸ 19 ਤੋਂ 21 ਤਾਂ ਕਰ ਜੂ, 19 ਤੋਂ 20 ਤਾਂ ਕਰ ਜੂ, 18 ਤੋਂ 19 ਕਰ ਦੂਗਾ, ਪਰ 0 ਤੋਂ 20 ਨਹੀਂ ਕੋਈ ਕਰਦਾ ਹੁੰਦਾ। ਜਿੱਥੇ ਰੇਤਾ ਵੀ ਨਹੀਂ ਉੱਥੇ ਪਹਾੜ ਕਿੱਥੋਂ ਬਣਾਉਂਗੇ ਤੁਸੀਂ? ਇੱਕ ਤੁਰੇ ਜਾਂਦੇ ਨੂੰ ਬੰਦੇ ਨੂੰ ਕੋਈ ਗੱਲ ਉਹ ਲੂਜ਼ ਟਾਕ ਫॉर ਪੋਲੀਟੀਕਲ ਕੰਸੀਡਰੇਸ਼ਨ, ਫॉर ਪੋਲੀਟੀਕਲ ਇਨਸਟੀਗੇਸ਼ਨ ਕੁਝ ਬੋਲਦਾ, ਤੇ ਉਸ ਬੇਸੇ ਤੇ 4 ਸਾਲ 5 ਸਾਲ ਬਾਅਦ ਜਦ ਉਹਨੂੰ ਕਨਵਿਕਸ਼ਨ ਹੋਈ ਨੂੰ ਵੀ ਹੋ ਗਏ, ਤੁਸੀਂ ਕਿਵੇਂ ਘੇਰ ਲਓਗੇ? ਦੱਸੋ ਤਾਂ ਸਹੀ ਨਾ। ਮੈਂ ਤਾਂ ਅੱਜ ਤੁਹਾਡੇ ਰਾਹੀਂ ਕਹਿਣਾ ਕਿ ਗਵਰਨਮੈਂਟ ਜੇ ਓਨੈਸਟ ਹੈ, ਗਵਰਨਮੈਂਟ ਦੱਸੇ ਕਿ ਕਿਹੜੇ ਕੇਸ 'ਚ ਉਹ ਇਨਵੈਸਟੀਗੇਸ਼ਨ ਕਰ ਰਿਹਾ ਤੇ ਜਿਹਦੇ 'ਚ ਉਹ ਸਾਰਾ ਜ਼ੋਰ ਲੱਗਿਆ ਪਿਆ, ਉਲਟਾ ਟੰਗੀ ਪਈ ਆ ਸਾਰੀ ਸਰਕਾਰ ਤੇ ਅਫਸਰ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ। ਨਾਟ ਈਵਨ ਆਇਓਟਾ ਆਫ ਐਵੀਡੈਂਸ, ਨਾਟ ਈਵਨ ਆਇਓਟਾ ਆਫ ਐਵੀਡੈਂਸ। 7 ਕੁਐਸਚਨ ਕੀਤੇ ਆ, ਜਿਹੜੀ ਰਿਪੋਰਟ ਛਾਇਆ ਹੋਈ ਆ ਕੱਲ ਅਖਬਾਰਾਂ ਤੇ ਇਲੈਕਟ੍ਰੋਨਿਕ ਮੀਡੀਆ। ਇਹਨਾਂ ਨੇ ਅਸਥਾਨਾ ਜੀ ਨੇ ਪਹਿਲਾਂ ਕੀ ਕਿਹਾ ਕਿ ਕੇਸ ਡਿਸਾਈਡ ਹੋ ਚੁੱਕਾ, ਕੀ ਕੇਸ ਡਿਸਾਈਡ ਹੋਏ ਵਾਲੇ 'ਚ ਇਨਵੈਸਟੀਗੇਸ਼ਨ ਹੋ ਸਕਦੀ ਹੈ। ਇੱਕ ਉਹਨਾਂ ਨੇ ਦੂਸਰਾ ਕਿਹਾ ਕਿ STF ਦੇ ਚੀਫ ਦੀ ਰਿਪੋਰਟ ਤੋਂ ਬਾਅਦ DGP ਤੇ ਹੋਮ ਸੈਕਟਰੀ ਦੀ ਰਿਪੋਰਟ ਆ ਗਈ ਹੈ, ਕੀ ਉਸ ਰਿਪੋਰਟ ਤੋਂ ਬਾਅਦ STF ਵਾਲੇ ਦੀ ਚੀਫ ਦੀ ਰਿਪੋਰਟ ਦੀ ਵੈਲਿਊ ਰਹਿੰਦੀ ਹੈ। ਤੀਸਰਾ ਉਹਨੇ ਇਹ ਲਿਖਿਆ ਕਿ ਇਹ STF ਦੇ ਚੀਫ ਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਆਪਸ 'ਚ ਰਿਲੇਸ਼ਨਸ਼ਿਪ ਹੈ, ਤੇ ਜਿਵੇਂ ਪ੍ਰੈਸ 'ਚ ਸਟ੍ਰੇਨਡ ਰਿਲੇਸ਼ਨਸ਼ਿਪ ਹੈ।
can he for fair purposes investigate this?